सखी आओ सखी वस आओ सखी, असी पिर का मंगल गावहे। तज मान सखी तज मान सखी, मत अपने प्रीतम भावहे। तज मान मोह बेकार दूजा, शिव एक निरंजनो। लग चरण शरण दयाल प्रीतम, सगल दुर्त विखंडनो। होए दास दासी ताज उदासी, बहुड़ विधि ना धावा। नानक पयम पै करो कृपा, ताम मंगल गावा। अमृत प्रिय का नाम, मैं अंधले टोहनी। ओ जो है बहु प्रकार, सुंदर मोहनी। मोहनी महाबचितर चंचल, अनक भाव दिखावए। होए ढीठ मीठी मन लागै, नाम लैन न आवै। गृह बनै तीरै भरत पूजा, बाट घाटै जोहनी। नानक पयम पै दया धारू, मैं नाम अंधले टोहनी। गृह बनै तीरै भरत पूजा, बाट घाटै जोहनी। नानक पयम पै दया धारू, मैं नाम अंधले टोहनी। वाहिगुरु जी का खालसा, वाहिगुरु जी की फतेह। जुग हो जुग अटल, चवर छतर तख्त दे मालक। बाणी के बोहित मेहरां दे साईं, बख्शिशां दे भंडार। वालिए कुल आलम, धन 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 सतगुरु श्री गुरु ग्रंथ साहिब पातशाह जी महाराज दी पावन पवित्र मुकद्दस गोद अंदर हाजरीन होए बैठे गुरु सवारे सत्संगी जनों, वडभागे हाँ भाई गुरदेव ने अमृत वेले ये सतसंग दियां घड़ियां बख्शिश कीतियां ने। भाई राय सिंह गुरु दरबार दे हजूरी जत्थे पासों बहुत ही रसपिन्नी आवाज़ दे विच मुकम्मल आशा की वार दे कीर्तन दा आनंद माणिया है। बहुत ही प्यार विच भेज के गुरु सवारियां ने लड़ीवार विचार दे अधीन बिलावल राग दे विच गुरु अर्जन साहब द्वारा बख्शिश कीता होया पाठ सानू सारियां नू सरवण करवाया है। समा सीमा दे विच है। मेरे साहिब कृपा बख्शिश करन, आप जिन्ने भी माई भाई गुरु चरना विच जुड़ बैठे हो। धन सतगुरु श्री गुरु अर्जन साहब पातशाह जी महाराज शंत दे सिरलेख थले जो रब्बी मेहरामत किरपा बख्शिश साडे सारियां दे उत्ते कर रहे ने। ये पावन शब्द पावन अंग 847 दे उत्ते सुभाएमान है।
ਹਜ਼ੂਰ ਨੇ ਕਿਰਪਾ ਦੇ ਘਰ ਵਿੱਚ ਆ ਕੇ ਤਰੁੱਠ ਕੇ ਜਿਹੜੀ ਇਸ ਸੰਸਾਰ ਦੇ ਬਖਸ਼ਿਸ਼ ਕੀਤੀ, ਗੁਰੂ ਰੂਪ ਸਾਧ ਸੰਗਤ, ਗੁਰਮਤ ਚਿੰਤਨ ਦਾ, ਗੁਰਮਤ ਫਲਸਫੇ ਦਾ, ਖਾਸ ਤੌਰ ਦੇ ਉੱਤੇ ਸੂਫੀਆਂ ਦਾ ਇਹ ਪੱਖ ਰਿਹਾ ਹੈ। ਉਹਨਾਂ ਨੇ ਆਪਣੇ ਆਪ ਨੂੰ ਇੱਕ ਜੀਵ ਰੂਪੀ ਇਸਤਰੀ ਐਲਾਨਿਆ ਹੈ ਤੇ ਮਾਲਕ ਨੂੰ ਪਿਰ ਕਿਹਾ ਹੈ, ਮਾਲਕ ਕਿਹਾ ਹੈ, ਖਸਮ ਕਿਹਾ ਹੈ। ਹਜ਼ੂਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਇਹ ਬਚਨ ਕਿਰਪਾ ਕਰਦੇ ਨੇ, ਇਸ ਜਗ ਮੈਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸਬਾਈ। ਅੱਜ ਮੇਰਾਂ ਦੇ ਸਾਈਂ ਨੇ ਜਿਹੜੀ ਕਿਰਪਾ ਬਖਸ਼ਿਸ਼ ਕੀਤੀ ਹੈ, ਪਾਠ ਦੀਆਂ ਪੰਕਤੀਆਂ ਨੇ, ਸਖੀ ਆਓ ਸਖੀ ਵਸ ਆਓ ਸਖੀ, ਅਸੀਂ ਪਿਰ ਕਾ ਮੰਗਲ ਗਾਵਾਂ। ਗੁਰੂ ਪਿਆਰੀ ਸਾਧ ਸੰਗਤ, ਆਨੰਦ ਸਾਹਿਬ ਦੀ ਪਾਵਨ ਪਵਿੱਤਰ ਬਾਣੀ ਦੇ ਬੜੇ ਮੁਬਾਰਕ ਬਚਨ ਨੇ ਗੁਰੂ ਅਮਰਦਾਸ ਪਾਤਸ਼ਾਹ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ। ਜਦੋਂ ਹਜ਼ੂਰ ਨੇ ਹਲੂਣਾ ਦਿੱਤਾ ਹੈ ਇਸ ਸੰਸਾਰ ਨੂੰ, ਆਵੋ ਸੰਤ ਪਿਆਰਿਓ ਅਕਥ ਕੀ ਕਰੈ ਕਹਾਣੀ, ਕਰੈ ਕਹਾਣੀ ਅਕਥ ਕੇਰੀ ਕਿਤ ਦੁਆਰੈ ਪਾਈ ਹੈ। ਫੇਰ ਨੁਕਤੇ ਵੱਲ ਧਿਆਨ ਦਿਆ ਜੇ। ਇੱਕ ਪਾਸੇ ਤੇ ਮਹਾਰਾਜ ਲਫ਼ਜ਼ ਵਰਤ ਰਹੇ ਨੇ ਅਕਥ। ਅਕਥ ਦਾ ਮੀਨਿੰਗ ਹੈ ਅਨਐਕਸਪਲੇਨਏਬਲ, ਜਿਸ ਨੂੰ ਕਥਿਆ ਨਹੀਂ ਜਾ ਸਕਦਾ, ਦੱਸਿਆ ਨਹੀਂ ਜਾ ਸਕਦਾ। ਜੇ ਉਹ ਅਕਥ ਹੈ, ਕਥਿਆ ਨਹੀਂ ਜਾ ਸਕਦਾ, ਹਾਊ ਵੀ ਕੈਨ ਡਿਸਕ੍ਰਾਈਬ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਾਰਾਜ ਕਿਹੜੀ ਕਹਾਣੀ ਹੈ ਜਿਹੜੀ ਤੁਸੀਂ ਸਾਨੂੰ ਪਾਉਣ ਵਾਸਤੇ ਹੁਕਮ ਕਰ ਰਹੇ ਹੋ। ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਮਹਾਰਾਜ ਦੇ ਬੜੇ ਪਵਿੱਤਰ ਬੋਲ ਨੇ, ਆਵੋ ਭੈਣੇ ਗਲ ਮਿਲੈ ਅੰਕ ਸਹੇ ਲੜੀਆਂ, ਮਿਲ ਕੇ ਕਰੈ ਕਹਾਣੀਆਂ, ਸਮਰੰਥ ਕੰਤ ਕੀਆਂ। ਸਾਰਾ ਦਿਨ ਆਪਾਂ ਕਾਰੋਬਾਰ ਦੀ ਭੱਜ ਦੌੜ ਦੇ ਵਿੱਚ ਕੱਢਦੇ ਹਾਂ। ਸਾਧ ਸੰਗਤ ਸੱਚ ਦੱਸੋ, ਜ਼ਿੰਦਗੀ 'ਚ ਕਦੋਂ ਸਮਾਂ ਤੇ ਵੇਲ ਹੈ ਜਦੋਂ ਆਪਾਂ ਆਪਣੇ ਸੱਜਣਾ ਮਿੱਤਰਾਂ 'ਚ, ਆਪਣੇ ਗਰੁੱਪ ਵਿੱਚ ਬਹਿ ਕੇ ਰੱਬ ਦੀਆਂ ਗੱਲਾਂ ਕਰਦੇ ਹਾਂ, ਰੱਬ ਦੀਆਂ ਬਾਤਾਂ ਪਾਉਂਦੇ ਹਾਂ। ਮੈਨੂੰ ਜਾਪਦਾ ਹੈ ਇਸ ਦਰਬਾਰ ਦੇ ਵਿੱਚ ਹੀ ਇਹ ਰੌਣਕ ਹੈ, ਅਦਰਵਾਈਜ਼ ਅਜੇ ਤੱਕ ਸਮਾਜ ਤੇ ਸੰਸਾਰ, ਗੁੱਸਾ ਨਾ ਕਰਿਆ ਜੇ, ਕੱਪੜੇ ਤੇ ਗਹਿਣਿਆਂ ਤੋਂ ਅੱਗੇ ਨਹੀਂ ਗਿਆ। ਕਵੀ ਹੈ ਜਿਹੜਾ ਕਵੀ, ਉਹ ਬੜਾ ਸੈਂਸਿਟਿਵ ਮਾਈਂਡ ਹੁੰਦਾ ਹੈ, ਬੜਾ ਸੂਖਸ਼ਮ ਬਿਰਤੀ ਦਾ ਮਾਲਕ ਹੁੰਦਾ ਹੈ। ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਮਹਾਰਾਜ ਨੂੰ ਗੁਰਗੱਦੀ ਮਿਲੀ, ਬਾਬਾ ਪਿਰਥੀ ਚੰਦ ਨੇ ਬੜਾ ਜ਼ੋਰ ਲਾਇਆ ਕਿ ਗੱਦੀ ਮੈਨੂੰ ਮਿਲੇ। ਬੜੇ ਸਾਰੇ ਕਾਰਨ ਨੇ ਇਸ ਸਾਰੇ ਵਤੀਰੇ ਦੇ, ਪਰ ਗੁਰਮੁਖ ਪਿਆਰਿਓ ਇੱਕ ਅਹਿਮ ਕਾਰਨ ਹੈ, ਜਦੋਂ ਬਾਬਾ ਪਿਰਥੀ ਚੰਦ ਨੂੰ ਕਵਿਤਾ ਨਹੀਂ ਲਿਖਣੀ ਆਈ, ਕਾਵ ਨਹੀਂ ਔੜਿਆ। ਬਾਕੀ ਤੇ ਕਾਰਨ ਨਾਲ ਹੈਣ, ਗੁਰੂ ਦੇ ਸ਼ਬਦ ਦੀ ਕਸਵੱਟੀ, ਅੰਦਰ ਦੀ ਭਾਵਨਾ, ਨਿਰੰਕਾਰ ਦੀ ਕਿਰਪਾ ਬਖਸ਼ਿਸ਼, ਉਹ ਬਹੁਤ ਵੱਖਰੇ ਵਿਸ਼ੇ ਨੇ। ਥੋੜਾ ਹੋਰ ਅੱਗੇ ਚਲੀਏ, ਇਹਦੇ 'ਚ ਕੋਈ ਸ਼ੱਕ ਨਹੀਂ, ਜਿੱਥੇ ਮਨੁੱਖ ਨਹੀਂ ਪਹੁੰਚ ਪਾਉਂਦਾ ਉਥੇ ਕਵੀ ਦੀ ਸੁਰਤ, ਕਵੀ ਦੀ ਸੋਚ ਚੱਲ ਕੇ ਜਾਂਦੀ ਹੈ। ਜੇ ਇਸ ਸੰਸਾਰ ਵਿੱਚ ਕਿਸੇ ਨੂੰ ਚੈਲੰਜ ਕੀਤਾ ਹੈ, ਕਿਸੇ ਨੇ ਰੱਬ ਨੂੰ ਚੈਲੰਜ ਕੀਤਾ ਹੈ
ਤੇ ਮੈਨੂੰ ਖਿਮਾ ਕਰਿਆ ਜੇ ਉਹ ਕਾਵ ਹਿਰਦਾ ਹੈ, ਉਹ ਕਵੀ ਹੈ। ਖਾਸ ਤੌਰ ਦੇ ਉੱਤੇ ਜਿਹੜੇ ਗੁਰਮੁਖ ਪਿਆਰਿਆਂ ਨੇ ਇਹ ਬੋਲ ਲਿਖੇ, ਰਾਤ ਮੈਂ ਇੱਕ ਕਿਤਾਬ ਵਿੱਚ ਪੜ੍ਹ ਰਿਹਾ ਸਾਂ, ਰੱਬਾ ਤੂੰ ਕੀ ਜਾਣੈ, ਮੈਨੂੰ ਐਗਜ਼ੈਕਟ ਪੰਕਤੀਆਂ ਨਹੀਂ ਯਾਦ, ਉਹਦੇ ਮੀਨਿੰਗ ਚੇਤੇ ਨੇ। ਔਰਤ ਦਾ ਦੁੱਖ ਕੀ ਹੈ ਤੈਨੂੰ ਪਤਾ ਲੱਗੇ ਜਦੋਂ ਤੂੰ ਆਪ ਔਰਤ ਦੀ ਕੁੱਖ ਵਿੱਚ ਔਰਤ ਬਣ ਕੇ ਆਵੇਂ, ਫਿਰ ਤੂੰ ਉਸ ਦੇ ਦੁੱਖ ਨੂੰ ਮਹਿਸੂਸ ਕਰ ਸਕਦਾ ਹੈ। ਤੇ ਇਹਦੇ 'ਚ ਕੋਈ ਸ਼ੱਕ ਨਹੀਂ। ਫਿਰ ਦੁਬਾਰਾ ਧਿਆਨ ਨੂੰ ਇਕਾਗਰ ਕਰੀਏ, ਜਿਹੜਾ ਸਾਡਾ ਸ਼ਬਦ ਹੈ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ, ਆਵੋ ਭੈਣੇ ਗਲ ਮਿਲੈ ਅੰਕ ਸਹੇਲੜੀਆਂ, ਮਿਲ ਕੇ ਕਰੇ ਕਹਾਣੀਆਂ ਸਮਰੰਥ ਕੰਤ ਕੀਆਂ। ਸੱਚੇ ਪਾਤਸ਼ਾਹ ਜੀ ਮਹਾਰਾਜ ਸਾਨੂੰ ਨਹੀਂ ਪਤਾ ਕਿਹੜੀਆਂ ਕਹਾਣੀਆਂ ਕਰਨੀਆਂ ਨੇ। ਅਗਲੀ ਪੰਕਤੀ ਵਿੱਚ ਕਹਾਣੀਆਂ ਦਾ ਜ਼ਿਕਰ ਕੀਤਾ ਹੈ। ਮਹਾਰਾਜ ਕਹਿੰਦੇ, ਸਾਚੇ ਸਾਹਿਬ ਸਭ ਗੁਣ, ਜਿੰਨਾ ਗੁੱਡ ਡੀਡ ਹੈ, ਜਿੰਨਾ ਵਰਚੂਜ਼ ਹੈ, ਜਿੰਨਾ ਸਤ ਸੰਤੋਖ ਧੀਰਜ ਹਲੀਮੀ ਸਦਾਚਾਰ ਦੇਵੀ ਗੁਣ ਰੱਬੀ ਬਖਸ਼ਿਸ਼ਾਂ ਨੇ, ਮਾਲਕ ਕਹਿਣ ਲੱਗੇ ਉਹ ਸਾਰੇ ਦੇ ਸਾਰੇ ਪਰਮ ਪਿਤਾ ਪਰਮੇਸ਼ਰ ਦੇ ਨੇ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਹੜੇ ਜੀਵ ਵਿਕਾਰ ਕਮਾਉਂਦਾ ਹੈ, ਅਵਗੁਣ ਕਮਾਉਂਦਾ ਹੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੇ ਥੱਲੇ ਜੀਵਨ ਬਤੀਤ ਕਰਦਾ ਹੈ, ਹਜ਼ੂਰ ਕਹਿਣ ਲੱਗੇ ਅਵਗੁਣ ਸਭ ਅਸਾਂ। ਕਿੱਡਾ ਵੱਡਾ ਜਿਗਰਾ ਤੇ ਹਿਰਦਾ ਹੈ ਵੀ ਜਿੰਨੇ ਮਾੜੇ ਖਿਆਲ ਨੇ ਦਾਤਾ ਜੀ ਉਹ ਮੇਰੇ ਨੇ, ਤੇ ਜਿੰਨੀ ਕਿਰਪਾ ਬਖਸ਼ਿਸ਼ ਚੜ੍ਹਦੀ ਕਲਾ ਹੈ, ਜਿੰਨੇ ਚੰਗੇ ਗੁਣ ਨੇ ਉਹ ਸਾਰੇ ਦੇ ਸਾਰੇ ਮਹਾਰਾਜ ਤੁਹਾਡੇ ਕਿਰਪਾ ਕੀਤੇ ਹੋਏ ਨੇ, ਤੁਹਾਡੇ ਬਖਸ਼ਿਸ਼ ਕੀਤੇ ਹੋਏ ਨੇ। ਤੇ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਮਹਾਰਾਜ ਮੇਰਾਂ ਦੇ ਸਾਈਂ ਕਿਰਪਾ ਬਖਸ਼ਿਸ਼ ਕਰਦੇ ਨੇ। ਆਵੋ ਸੰਤ ਪਿਆਰਿਓ ਅਕਥ ਕੀ ਕਰੈ ਕਹਾਣੀ, ਜਿਸ ਨੂੰ ਕਥਿਆ ਨਹੀਂ ਜਾ ਸਕਦਾ ਉਸ ਦੀ ਕਹਾਣੀ ਕਰਨੀ ਕਰੀਏ। ਤੇ ਗੁਰੂ ਰੂਪ ਸਾਧ ਸੰਗਤ ਇਹ ਖਿਆਲ ਗੁਰੂ ਗ੍ਰੰਥ ਸਾਹਿਬ ਵਿੱਚ ਮੇਰੇ ਦਾਤੇ ਨੇ ਵਾਰ-ਵਾਰ ਕਿਰਪਾ ਬਖਸ਼ਿਸ਼ ਕੀਤਾ ਹੈ ਕਿ ਬੰਦਾ ਜਿੰਨਾ ਮਰਜ਼ੀ ਜ਼ੋਰ ਲਾ ਲਏ ਰੱਬ ਨੂੰ ਕਥਨ ਦੇ ਬਾਬਤ, ਕਿਉਂਕਿ ਮਨੁੱਖ ਦੀ ਸੀਮਾ ਹੈ, ਮਨੁੱਖ ਦੇ ਗਿਆਨ ਦੀ ਸੀਮਾ ਹੈ, ਸਮਝ ਦੀ ਲਿਮਟ ਹੈ, ਜਾਣਕਾਰੀ ਦੀ ਐਡੀ ਬਹੁਤਾਤ ਨਹੀਂ ਕਿ ਮਨੁੱਖ ਮੁਕੰਮਲ ਰੂਪ ਦੇ ਵਿੱਚ ਰੱਬ ਨੂੰ ਬਿਆਨ ਕਰ ਸਕੇ। ਕਵੀ ਹੋਇਆ ਰਹੀਮ, ਉਹ ਕਹਿੰਦਾ ਰਹਿਮਨ ਬਾਤ ਅਗੰਮ ਕੀ, ਕਥਨ ਸੁਣਨ ਕੀ ਨਾ ਹੈ, ਜੋ ਜਾਣਤ ਸੋ ਕਹਿਤ ਨੈ। ਜਿਹੜੇ ਜਾਣਦੇ ਨੇ ਉਹ ਦੱਸਦੇ ਹੀ ਨਹੀਂ, ਕਹਿਤ ਸੋ ਜਾਣਤ ਨਾ ਹੈ। ਜਿਹੜੇ ਮੇਰੇ ਵਰਗੇ ਦੱਸਦੇ ਪਏ ਨੇ ਕਹਿਣ ਲੱਗੇ ਹਕੀਕਤ ਇਹ ਹੈ, ਉਹਨਾਂ ਨੇ ਜਾਣਿਆ ਹੀ ਨਹੀਂ, ਮਾਣਿਆ ਹੀ ਨਹੀਂ। ਤੇ ਇਹ ਗੁਰੂ ਗ੍ਰੰਥ ਸਾਹਿਬ ਦੀ ਅਟਲ ਸਚਾਈ ਹੈ। ਹੁਣ ਨਜੀਕ ਖੁਦਾਏ ਦੇ, ਭੇਤ ਨਾ ਕਿਸੈ ਦੇਣ। ਜਿਹੜੀ ਸੂਰਤ ਨੇ ਸ਼ਬਦ ਦੇ ਵਿੱਚ ਗੋਤਾ ਲਾਇਆ ਹੈ, ਸ਼ਬਦ ਦੇ ਵਿੱਚ ਇਸ਼ਨਾਨ ਕੀਤਾ ਹੈ, ਉਹ ਸੁਰਤ ਸ਼ਬਦਾਂ ਦੀ ਖੇਡ ਖੇਡਦੀ ਹੈ। ਸ਼ਬਦ ਰੂਹਾਨੀ ਜ਼ਿੰਦਗੀ ਨੇ, ਸ਼ਬਦ ਅੰਦਰ ਦੀ ਪਵਿੱਤਰਤਾ ਹੈ। ਸ਼ਬਦ ਸਾਡੇ ਉਹ ਭਾਵ ਨੇ ਜਿਨ੍ਹਾਂ ਨੂੰ ਅਸੀਂ ਲਿਖ ਕੇ ਬੋਲ ਕੇ ਸੰਸਾਰ ਦੇ ਸਨਮੁਖ ਪ੍ਰਗਟ ਕਰਦੇ ਹਾਂ। ਤੇ ਸ਼ਬਦਾਂ ਦੇ ਰਾਹੀਂ ਹੀ ਇੱਕ ਦਾਨੇ ਸੱਜਣ ਨੇ ਆਪਣੀ ਪੁਸਤਕ ਦੇ ਵਿੱਚ ਲਿਖਿਆ, ਕਹਿੰਦਾ ਕੁਝ ਅੱਖਰ ਨੇ ਜੇ ਉਹ ਜ਼ੁਬਾਨ ਤੇ ਆ ਜਾਣ ਤੇ ਝਗੜਾ ਪੈਦਾ ਹੁੰਦਾ ਹੈ, ਨਾਰਾਜ਼ਗੀ ਬਣਦੀ ਹੈ, ਕਲੇਸ਼ ਦਾ ਕਾਰਨ ਬਣਦੇ ਨੇ। ਕੁਝ ਅੱਖਰ ਨੇ ਜਿਨ੍ਹਾਂ ਨੂੰ ਆਪਾਂ ਪਿਆਰ ਭਰੇ ਬੋਲ ਕਹਿੰਦੇ ਆ, ਸ਼ੋਭਾ ਦੇ, ਵਡਿਆਈ ਦੇ, ਚੰਗਿਆਈ ਦੇ, ਉਹ ਬੋਲੇ ਜਾਣ, ਸੰਬੰਧ ਬਣਦਾ ਹੈ, ਪਿਆਰ ਬਣਦਾ ਹੈ। ਤੇ ਮੇਰੇ ਗੁਰੂ ਗ੍ਰੰਥ ਸਾਹਿਬ ਨੇ ਤੇ ਗੱਲ ਹੀ ਖਤਮ ਕਰ ਦਿੱਤੀ ਜਦੋਂ ਕਿਹਾ, ਭਾਈ ਸੱਜਣਾ ਉਹ ਵੀ ਅੱਖਰ ਨੇ ਜਿਹੜੇ ਧੁਰ ਤੋਂ ਆਏ ਨੇ, ਤੈਨੂੰ ਧੁਰ ਤੱਕ ਲਿਜਾਣ ਦੀ ਸਮਰੱਥਾ ਰੱਖਦੇ ਨੇ।
ਪਰ ਸ਼ਰਤ ਹੈ ਜੇ ਤੂੰ ਧੁਰ ਅੰਦਰੋਂ ਉਹਨਾਂ ਲਫ਼ਜ਼ਾਂ ਦੇ ਨਾਲ ਜੁੜ ਜਾਏ। ਜਪਜੀ ਸਾਹਿਬ ਵਿੱਚ ਗੁਰੂ ਨਾਨਕ ਸਾਹਿਬ ਨੇ ਕਿਰਪਾ ਬਖਸ਼ਿਸ਼ ਕੀਤੀ, ਅਖਰੀ ਨਾਮ ਅਖਰੀ ਸਾਲਾ, ਅਖਰੀ ਗਿਆਨ ਗੀਤ ਗੁਣ ਗਾ, ਅਖਰੀ ਲਿਖਣ ਬੋਲਣ ਬਾਣ, ਅਖਰਾਂ ਸਿਰ ਸੰਜੋਗ ਵਖਾਨ। ਹਕੀਕਤ ਹੀ ਇਹ ਹੈ ਕਿ ਖੇਡ ਲਫ਼ਜ਼ਾਂ ਦੀ ਹੈ। ਅੱਜ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਮਹਾਰਾਜ ਸਖੀ ਆਓ ਸਖੀ, ਗੁਰੂ ਰੂਪ ਸਾਧ ਸੰਗਤ, ਇੱਕ ਗੱਲ ਤੇ ਨਾ ਬਹੁਤ ਵਾਰੀ ਮਨ ਬੜਾ ਮਾਯੂਸ ਹੁੰਦਾ ਹੈ। ਜਦੋਂ ਇਨਕਰੇਜਮੈਂਟ ਦੀ, ਚੜ੍ਹਦੀ ਕਲਾ ਦੀ ਜਾਂ ਸਮਾਜ ਦੇ ਵਿੱਚ ਕਿਸੇ ਬਦਲਾਅ ਦੀ ਗੱਲ ਕਰੀਏ ਤੇ ਆਮ ਮਨੁੱਖ ਦੀ ਇਹ ਆਵਾਜ਼ ਹੈ, ਬਾਬਾ ਜੀ ਤੁਸੀਂ ਕੀ ਲੈਣਾ ਹੈ, ਜਾਂ ਬਾਬੇ ਨੂੰ ਨਾ ਇੰਜ ਕਹਿਣਗੇ ਤੇ ਲਫ਼ਜ਼ ਇਹ ਹੋਣਗੇ ਆਪਾਂ ਕੀ ਲੈਣਾ ਹੈ। ਸਾਧ ਸੰਗਤ, ਜੇ ਗੁਰੂ ਨਾਨਕ ਸਾਹਿਬ ਇਸ ਤਰ੍ਹਾਂ ਸੋਚਦੇ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ ਇਸ ਤਰ੍ਹਾਂ ਸੋਚਦੇ, ਜੇ ਜੀਸਸ ਕ੍ਰਾਈਸਟ ਦੇ ਮਨ ਅੰਦਰ ਇਹ ਖਿਆਲ ਬਣ ਆਉਂਦਾ ਕਿ ਸੰਸਾਰ ਨਾਲ ਜੋ ਵਾਪਰਦਾ ਹੈ ਵਾਪਰਨ ਦੀਏ, ਆਪਾਂ ਕੀ ਲੈਣਾ, ਆਪਾਂ ਨੂੰ ਕੀ ਫਰਕ ਪੈਂਦਾ ਹੈ, ਤੇ ਸਾਧ ਸੰਗਤ ਸਾਨੂੰ ਚੇਤੇ ਰੱਖਣ ਦੀ ਲੋੜ ਹੈ ਜਿਹੜਾ ਰੱਬੀ ਰੰਗ ਦੇ ਵਿੱਚ ਗੜੂੰਡ ਹੈ ਉਹ ਬਹੁਤ ਸੈਂਸਿਟਿਵ ਹੋ ਕੇ ਸੰਸਾਰ ਦੇ ਵਿੱਚ ਵਿਚਰਦਾ ਹੈ। ਨਾ ਉਹ ਆਪ ਦੁਖੀ ਹੋਣਾ ਚਾਹੁੰਦਾ ਹੈ ਤੇ ਨਾ ਉਹ ਕਿਸੇ ਦਾ ਦੁੱਖ ਵੇਖ ਕੇ ਸਹਾਰਦਾ ਹੈ। ਉਸ ਦੇ ਦੁੱਖ ਵਿੱਚ ਸ਼ਾਮਲ ਹੋ ਕੇ ਉਸ ਨੂੰ ਚੜ੍ਹਦੀ ਕਲਾ ਵਾਲੇ ਪਾਸੇ ਲੈ ਜਾਣਾ ਲੋਚਦਾ ਹੈ। ਤੇ ਐਸੀਆਂ ਕਿਹੜੀਆਂ ਤਾਕਤਾਂ ਸੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਮਹਾਰਾਜ ਦੇ ਕੋਲ। ਆਪ ਚੱਲ ਕੇ ਕੌਡੇ ਰਾਕਸ਼ ਦੇ ਕੋਲ ਗਏ, ਭੂਮੀਏ ਚੋਰ ਦੇ ਕੋਲ ਗਏ, ਸੱਜਣ ਠੱਗ ਦੇ ਕੋਲ ਗਏ, ਤੇ ਕੇਵਲ ਕੋਲ ਹੀ ਨਹੀਂ ਗਏ। ਜਿਹੜੀ ਮੈਂ ਬੇਨਤੀ ਕਰਨੀ ਚਾਹੁੰਦਾ, ਜਿਹੜੇ ਰੱਬ ਦੇ ਪਿਆਰੇ ਨੇ ਨਾ, ਉਹ ਤੇ ਭਾਈ ਦੁਨੀਆ ਨੂੰ ਹੌਕਾ ਦੇ ਕੇ ਕਹਿੰਦੇ ਨੇ ਕੋਈ ਇਸ ਟੇਸਟ ਤੋਂ, ਕੋਈ ਇਸ ਸਵਾਦ ਤੋਂ ਸੰਸਾਰ ਦਾ ਬੰਦਾ ਵਾਂਝਾ ਨਾ ਰਹਿ ਜਾਏ। ਕੋ ਬਣ ਜਾਰੋ ਰਾਮ ਕੋ, ਮੇਰਾ ਟਾਂਡਾ ਲਾ ਦਿਆ ਜਾਏ ਰੇ। ਹਉ ਬਣ ਜਾਰੋ ਰਾਮ ਕੋ, ਸਹਿਜ ਕਰੋ ਵਾਪਾਰ। ਭਾਈ ਮੈਂ ਉਸ ਰੱਬ ਦੇ ਰਾਹ ਦਾ ਪਾਂਧੀ ਬਣਿਆ ਜਿਨ੍ਹਾਂ ਨੇ ਇਸ ਵਿਖੜੇ ਰਾਹ ਦੇ ਉੱਤੇ ਕਦਮ ਰੱਖਣਾ ਹੈ। ਉਹ ਸਾਡੀ ਸੰਗਤ ਦੇ ਵਿੱਚ ਆ ਸਕਦਾ ਹੈ, ਸਾਡੇ ਨਾਲ ਚੱਲ ਸਕਦਾ ਹੈ। ਤੇ ਗੁਰੂ ਰੂਪ ਸਾਧ ਸੰਗਤ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਮਹਾਰਾਜ ਵੀ ਅੱਜ ਸਾਨੂੰ ਸਾਰਿਆਂ ਨੂੰ ਇਹ ਪ੍ਰੇਰਨਾ ਕਰ ਰਹੇ ਨੇ, ਹਲੂਣਾ ਦੇ ਰਹੇ ਨੇ, ਸਖੀ ਆਓ ਸਖੀ, ਹੇ ਮੇਰੀ ਸਹੇਲੀਓ ਆਉਣਾ ਕਰੋ। ਕਾਹਦੇ ਵਾਸਤੇ ਦਾਤਾ ਜੀ? ਹਜ਼ੂਰ ਨੇ ਬਖਸ਼ਿਸ਼ ਕੀਤੀ, ਸਖੀ ਆਓ ਸਖੀ। ਅੱਗੇ ਲਫ਼ਜ਼ ਹੈ ਵਸ ਆਓ ਸਖੀ। ਵਸ ਨੂੰ ਵੀ ਸਮਝਣ ਦੀ ਲੋੜ ਹੈ। ਗੁਰੂ ਰੂਪ ਸਾਧ ਸੰਗਤ, ਪਹਿਲਾਂ ਥੋੜੀ ਜੀ ਕੁਦਰਤ ਦੇ ਉੱਤੇ ਝਾਤ ਪਾ ਲਈਏ। ਜੇ ਪਾਣੀ ਕੰਟਰੋਲ ਵਿੱਚ ਹੈ, ਉਹ ਸੰਸਾਰ ਦਾ ਤੇ ਸਮਾਜ ਦਾ ਭਲਾ ਕਰਦਾ ਹੈ। ਪਹਿਲਾ ਪਾਣੀ ਜਿਉ ਹੈ, ਜਿਤ ਹਰਿਆ ਸਭ ਕੋਏ। ਜੇ ਅੱਗ ਇੱਕ ਨਿਯਮ ਵਿੱਚ ਵੱਜੀ ਹੋਈ ਹੈ, ਸਾਧ ਸੰਗਤ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਨਾ ਮੈਂ ਬਹੁਤ ਵਾਰੀ ਸੋਚਿਆ, ਬੰਦਾ ਕੁਦਰਤ ਦੇ ਨੇੜੇ ਹੋ ਜਾਂਦਾ ਹੈ। ਖਾਸ ਤੌਰ ਦੇ ਉੱਤੇ ਜਦੋਂ ਆਪਾਂ ਨੂੰ ਖਬਰਾਂ ਮਿਲਦੀਆਂ ਨੇ ਨਾ ਕਿ ਕੈਲੀਫੋਰਨੀਆ ਦੇ ਜੰਗਲਾਂ ਵਿੱਚ ਅੱਗ ਲੱਗ ਗਈ ਹੈ। ਹੁਣ ਇਹ ਤੇ ਸੁਭਾਵਕ ਹੈ, ਐਡੇ ਵਿਸ਼ਾਲ ਜੰਗਲ ਨੇ, ਉੱਥੇ ਚੱਲ ਕੇ ਕੋਈ ਬੰਦਾ ਅੱਗ ਲਾਉਣ ਨਹੀਂ ਗਿਆ। ਕਿੰਨੇ ਦਿਨ ਬਤੀਤ ਹੋ ਗਏ ਸਰਕਾਰ ਨੂੰ ਟਿੱਲ ਲਾਉਂਦਿਆਂ, ਹੈਲੀਕਾਪਟਰਾਂ ਦੇ ਰਾਹੀਂ ਪਾਣੀ ਪਾਉਂਦਿਆਂ, ਹੋਰ ਢੰਗ ਤਰੀਕੇ ਵਸੀਲੇ ਵਰਤਦਿਆਂ, ਪਰ ਅੱਗ ਨਹੀਂ ਬੁਝੀ।
ਰੱਬ ਨੇ ਹਵਾ ਦਾ ਰੁੱਖ ਬਦਲਿਆ, 4 ਕਣੀਆਂ ਪਾਈਆਂ, ਸਾਰਾ ਮਾਹੌਲ ਸ਼ਾਂਤ ਹੋ ਗਿਆ। ਪਤਾ ਨਹੀਂ ਮਨੁੱਖ ਕਿੱਥੋਂ ਭਰਮ ਪਾਲ ਲੈਂਦਾ ਹੈ, ਮੈਂ ਕਰਦਾ ਤੇ ਹੁੰਦਾ ਹੈ, ਨਹੀਂ ਤਾਂ ਨਹੀਂ ਹੋਣਾ। ਸੱਚਾਈ ਕੀ ਹੈ? ਸੱਚਾਈ ਇਹ ਹੈ ਕਿ ਮਨੁੱਖ ਸਿਰਫ ਇੱਕ ਸੋਰਸ ਹੈ, ਇੱਕ ਮਾਧਿਅਮ ਹੈ, ਅਦਰਵਾਈਜ਼ ਸੁਪਰੀਮ ਪਾਵਰ ਕੁਦਰਤ ਹੈ, ਨਿਰੰਕਾਰ ਹੈ। ਮੈਂ ਦੂਜੀ ਬੇਨਤੀ ਕਰਾਂ, ਤਵੱਜੋ ਦੇ ਕੇ ਸਮਝਿਆ ਜੇ, ਉਸ ਮਾਲਕ ਦੀ ਅਗੰਮੀ ਖੇਡ ਹੀ ਐਸੇ ਗਜ਼ਬ ਦੀ ਹੈ। ਜਦੋਂ ਗੁਰੂ ਅਮਰਦਾਸ ਪਾਤਸ਼ਾਹ ਜੀ ਮਹਾਰਾਜ ਇਹ ਬਚਨ ਕਿਰਪਾ ਕਰਦੇ ਨੇ, ਆਵੋ ਸੰਤ ਪਿਆਰਿਓ ਅਕਥ ਕੀ ਕਰੈ ਕਹਾਣੀ, ਕਰੈ ਕਹਾਣੀ ਅਕਥ ਕੇਰੀ, ਕਿਤ ਦੁਆਰੈ ਪਾਈਐ। ਸਾਧ ਸੰਗਤ, ਰਹਿਰਾਸ ਸਾਹਿਬ ਦੇ ਪਾਠ ਵਿੱਚ ਰੋਜ਼ ਆਪਾਂ ਇਹ ਬਚਨ ਦੁਹਰਾਉਂਦੇ ਹਾਂ, ਚੇਤੇ ਕਰਦੇ ਹਾਂ। ਕਦੇ ਵੀ ਗੁਰਮਤ ਇਨਕਾਰੀ ਨਹੀਂ ਹੋਈ ਇਸ ਗੱਲ ਤੋਂ ਕਿ ਦਰਵਾਜ਼ੇ ਹੋਰ ਨਹੀਂ ਹੈਗੇ। ਹਜ਼ੂਰ ਕਹਿਣ ਲੱਗੇ ਬਿਲਕੁਲ ਹੈਗੇ, ਬਹੁਤ ਦਰਵਾਜ਼ੇ ਨੇ, ਪਰ ਤੂੰ ਇਹ ਚੇਤੇ ਰੱਖੀ, ਸਗਲ ਦਵਾਰ ਕੋ, ਬਸ ਸਾਡੀ ਮਾਨਸਿਕਤਾ ਹੋਰ ਦਰਵਾਜ਼ੇ ਛੱਡ ਕੇ ਰੱਬ ਦੇ ਵਸ ਵਿੱਚ ਆਉਣ ਵਾਲੀ ਅਜੇ ਬਣੀ ਨਹੀਂ। ਜਿਹੜਾ ਸਾਡਾ ਅਗਲਾ ਲਫ਼ਜ਼ ਹੈ ਨਾ, ਚੌਥਾ, ਸਖੀ ਆਓ ਸਖੀ ਵਸ ਆਓ। ਮੈਂ ਵਸ ਲਫ਼ਜ਼ ਨੂੰ ਦੱਸਣ ਵਾਸਤੇ ਇਹ ਬੇਨਤੀ ਕੀਤੀ ਕਿ ਨਾ ਜੰਗਲ ਵਿੱਚ ਅੱਗ ਲਾਉਣ ਕੋਈ ਗਿਆ ਏ, ਨਾ ਉਸ ਜੰਗਲ ਵਿੱਚ ਅੱਗ ਬੁਝਾਉਣ ਕੋਈ ਗਿਆ ਏ। ਖੇਡ ਕੁਦਰਤ ਦੀ ਹੈ, ਮਾਲਕ ਦੀ ਹੈ। ਪਰ ਅਫਸੋਸ ਪਤਾ ਕੀ ਹੈ? ਅਫਸੋਸ ਇਹ ਹੈ ਕਿ ਮੱਛੀ ਜਿਹੜੀ ਸਮੁੰਦਰ ਦੇ ਵਿੱਚ, ਪਾਣੀ ਦੇ ਵਿੱਚ ਰਹਿੰਦੀ ਹੈ, ਜਦੋਂ ਉਹ ਸਿਰ ਬਾਹਰ ਕੱਢਦੀ ਏ ਤੇ ਇੱਕੋ ਹੀ ਗੱਲ ਕਹਿੰਦੀ, ਮੈਨੂੰ ਨਹੀਂ ਪਤਾ ਪਾਣੀ ਕੌਣ ਹੈ, ਮੈਂ ਨਹੀਂ ਜਾਣਦੀ ਕਿਸੇ ਪਾਣੀ ਪੂਣੀ ਨੂੰ। ਇਹ ਹਾਲਤ ਬੰਦੇ ਦੀ ਹੈ ਜਿਹੜਾ ਕਹਿੰਦਾ ਮੈਂ ਰੱਬ ਨੂੰ ਨਹੀਂ ਜਾਣਦਾ, ਮੈਨੂੰ ਨਹੀਂ ਪਤਾ ਰੱਬ ਕਿਹੜੀ ਖੇਡ ਹੈ। ਤੁਸੀਂ ਵੇਖੋ, ਮੇਰੇ ਖਿਆਲ ਦੇ ਵਿੱਚ ਕਾਰਲ ਮਾਰਕਸ, ਜਦੋਂ ਮੈਂ ਐਮਏ ਕਰਦਾ ਸਾਂ ਤੇ ਸਾਡੇ ਇਹ ਐਮਏ ਰਿਲੀਜਨ ਦਾ ਸਿਲੇਬਸ ਦਾ ਹਿੱਸਾ ਸੀਗਾ, ਉਹਨੇ ਧਰਮ ਦੇ ਸੰਦਰਭ ਦੇ ਵਿੱਚ ਕਿੰਨੀਆਂ ਗੱਲਾਂ ਬਾਤਾਂ ਕੀਤੀਆਂ, ਕਿੰਨਾ ਕੁਝ ਕਿਹਾ। ਤੇ ਐਸਾ ਵੀ ਦਾਨੇ ਸੱਜਣ ਲਿਖਦੇ ਨੇ, ਬਹੁਤ ਦੁਨੀਆ ਨੂੰ ਉਹਨੇ ਪ੍ਰਭਾਵਿਤ ਕੀਤਾ ਹੈ, ਕਾਰਲ ਮਾਰਕਸ ਦੀ ਥਿਊਰੀ ਨੇ। ਪਰ ਹਕੀਕਤ ਕੀ ਹੈ? ਮਨੁੱਖ ਪਹਾੜ ਦੀ ਉਚਾਈ ਤੋਂ ਡਰਦਾ ਡਿੱਗ ਨਾ ਜਾਵਾਂ, ਸਮੁੰਦਰ ਦੀ ਗਹਿਰਾਈ ਤੋਂ ਡਰਦਾ ਡੁੱਬ ਨਾ ਜਾਵਾਂ। ਤੇ ਵਿਡੰਬਨਾ ਦੇਖੋ, ਬਿਜਲੀ ਆਪਣੇ ਹੱਥਾਂ ਨਾਲ ਬਣਾਈ ਨੰਗੀ ਤਾਰ ਨੂੰ ਹੱਥ ਨਹੀਂ ਲਾਉਂਦਾ, ਪਤਾ ਹੈ ਝਟਕਾ ਲੱਗੇਗਾ। ਪਰ ਜਿਹੜੇ ਰੱਬ ਨੇ ਸਾਰਾ ਕੁਝ ਬਣਾਇਆ ਉਹਦੇ ਬਾਬਤ ਕਹਿੰਦਾ ਪਤਾ ਨਹੀਂ ਹੈ ਵੀ ਕਿ ਨਹੀਂ। ਤੇ ਜਿੰਨੀ ਦੇਰ ਤੱਕ ਤੁਸੀਂ ਦੇਖੋ, ਇਸ ਬਾਡੀ ਦੇ ਵਿੱਚ ਜਿਹੜੀ એનર્ਜੀ ਹੈ, ਜਿਹੜੀ ਸਮਰੱਥਾ ਹੈ, ਜਿਹਨੂੰ ਆਪਾਂ ਇਹ ਦਿੱਖ ਤਾਕਤ ਕਹਿੰਦੇ ਆ, ਫਲਾਂ ਦੇ ਵਿੱਚ, ਬੂਟਿਆਂ ਦੇ ਵਿੱਚ, ਹਰ ਥਾਂ ਦੇ ਉੱਤੇ ਉਹ ਅਦਿੱਖ ਸੁਪਰੀਮ ਤਾਕਤ ਹੈ। ਜਦੋਂ ਉਹ ਤਾਕਤ ਸਾਡੇ ਵਿੱਚੋਂ ਮਨਫੀ ਹੋ ਜਾਂਦੀ, ਸਰੀਰ ਤੇ ਜਿਉਂਦਾ ਤਿਉਂ ਹੀ ਹੈ, ਨਾ ਜ਼ਬਾਨ ਬੋਲਦੀ ਏ, ਨਾ ਅੱਖਾਂ ਵੇਖਦੀਆਂ, ਨਾ ਕੋਈ ਹਰਕਤ ਹੁੰਦੀ ਹੈ। ਪੰਕਤੀਆਂ ਸਰਵਣ ਕਰ ਲਓ। ਜਬ ਲਗ ਤੇਲ ਦੀਵੇ ਮੁਖ ਬਾਤੀ, ਤਬ ਸੂਝੈ ਸਭ ਕੋਈ। ਜਿੰਨੀ ਦੇਰ ਤੱਕ ਤੇਰੇ ਇਸ ਬਾਡੀ ਸਰੀਰ ਰੂਪੀ ਦੀਵੇ ਵਿੱਚ ਮਾਲਕ ਦਾ ਸਵਾਸਾਂ ਰੂਪੀ ਪਾਇਆ ਹੋਇਆ ਤੇਲ ਮੱਚਦਾ ਪਿਆ ਹੈ, ਓਨੀ ਦੇਰ ਤੱਕ ਸਾਰਾ ਕੁਝ ਸੁੱਝਦਾ ਹੈ। ਲੜਾਈ ਝਗੜਾ, ਘਰ ਪਰਿਵਾਰ, ਰਿਸ਼ਤੇਦਾਰ, ਕਾਰੋਬਾਰ, ਕਹਿਣ ਲੱਗੇ ਤੇਲ ਮੱਚ ਗਿਆ, ਸਾਹ ਮੁੱਕ ਗਏ, ਤੇਲ ਜਲੇ ਬਾਤੀ ਠਹਿਰਾਨੀ, ਗੱਲਾਂ ਰੁਕ ਗਈਆਂ, ਸੁੰਨਾ ਮੰਦਰ ਹੋਈ। ਸਮਾਜ ਦੇ ਹਾਲਾਤ ਰੇ ਬੋਰੇ ਤੋਹੇ ਘਰੀ ਨਾ ਰਾਖੈ ਕੋਈ। ਤੂੰ ਰਾਮ ਨਾਮ ਜਪ ਸੋਈ, ਕਾਕੀ ਮਾਤ ਪਿਤਾ ਕਹੁ ਕਾਕੋ, ਕਵਨ ਪੁਰਖ ਕੀ ਜੋਈ। ਘਟ ਫੂਟੈ ਕੋਈ ਬਾਤ ਨਾ ਪੂਛੈ, ਕਾਡੋ ਕਾਡੋ ਹੋਈ।
ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਮਹਾਰਾਜ ਜਿੱਥੇ ਜੀਵ ਰੂਪੀ ਸਖੀ ਸਹੇਲੀਆਂ ਨੂੰ ਬੁਲਾ ਰਹੇ ਨੇ ਤੇ ਨਾਲ ਕੀ ਕਹਿ ਰਹੇ ਨੇ ਕਿ ਆਪਾਂ ਭਾਈ ਉਸ ਮਾਲਕ ਦੀ ਰਜ਼ਾ ਦੇ ਵਿੱਚ ਆਉਣਾ ਹੈ, ਉਹਦੇ ਹੁਕਮ ਵਿੱਚ, ਉਹਦੇ ਭਾਣੇ ਵਿੱਚ ਆਉਣਾ ਹੈ। ਗੁਰੂ ਰੂਪ ਸਾਧ ਸੰਗਤ, ਹੁਕਮ ਦੀ ਵਿਆਖਿਆ ਡੂੰਘੀ ਹੈ, ਲਮੇਰੀ ਹੈ, ਪਰ ਆਪਾਂ ਟੂਕ ਮਾਤਰ ਸਿਰਫ ਇੰਨਾ ਹੀ ਸਮਝਦੇ ਚੱਲੀਏ ਜਿੰਨੀਆਂ ਕੁ ਉਦਾਹਰਨਾਂ ਦਾਸ ਨੇ ਪਹਿਲਾਂ ਵਰਤੀਆਂ ਨੇ। ਜਦੋਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਮਹਾਰਾਜ ਇਹ ਕਿਰਪਾ ਬਖਸ਼ਿਸ਼ ਕਰਦੇ ਨੇ, ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਉਤਮ ਨੀਚ, ਹੁਕਮ ਲਿਖ, ਦੁੱਖ ਸੁਖ ਪਾਈਐ, ਇਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਭਵਾਈਐ। ਬਸ ਇੰਨੀ ਗੱਲ ਹਮੇਸ਼ਾ ਜਿਹਨ ਵਿੱਚ ਰੱਖਣੀ ਹੈ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਵਸ ਆਓ ਸਖੀ। ਜਿਹੜਾ ਹੁਕਮ ਨੂੰ ਬੁੱਝ ਲੈਂਦਾ ਉਹਦੀ ਸ਼ੋਭਾ ਵਡਿਆਈ ਕੀ ਹੈ? ਹਜ਼ੂਰ ਕਹਿਣ ਲੱਗੇ ਨਾਨਕ ਹੁਕਮੈ ਜੇ ਬੁੱਝੈ। ਵੀ ਜੇ ਉਸ ਹੁਕਮ ਨੂੰ ਕੋਈ ਬੁੱਝ ਲਵੇ ਤਾਂ ਹਜ਼ੂਰ ਕਹਿਣ ਲੱਗੇ ਫਿਰ ਘੱਟੋ ਘੱਟ ਉਹ ਜ਼ਬਾਨ ਤੋਂ ਅਹੰਕਾਰ ਵਾਲੇ ਲਫ਼ਜ਼ ਨਹੀਂ ਉਚਾਰਨ ਕਰਦਾ। ਹੁਕਮੈ ਜੇ ਬੁੱਝੈ ਤਾਂ ਹਉਮੈ ਕਹਿ ਨਾ ਕੋਏ। ਉਹ ਹੰਕਾਰ ਵਾਲੀ ਬੋਲੀ ਨਹੀਂ ਬੋਲਦਾ। ਹਜ਼ੂਰ ਨੇ ਬਖਸ਼ਿਸ਼ ਕੀਤੀ, ਜਿਹੜੀ ਕਿਰਪਾ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਮਹਾਰਾਜ ਕਰ ਰਹੇ ਨੇ ਕਿ ਭਾਈ ਉਸ ਮਾਲਕ ਦੀ ਸਿਫਤੋ ਸਲਾਹ ਕਰੀਏ, ਉਹਦਿਆਂ ਗੁਣਾਂ ਨੂੰ ਗਾਵੀਏ ਤੇ ਨਾਲ ਇਹ ਵੀ ਚੇਤੇ ਰੱਖੀਏ ਉਹਨੂੰ ਪ੍ਰਾਪਤ ਕਰਨ ਦਾ ਢੰਗ ਕੀ ਹੈ। ਤਨ ਮਨ ਧਨ ਸਭ ਸੌਂਪ ਗੁਰ ਕੋ। ਫਿਰ ਅੱਗੇ ਜਿਹੜੇ ਲਫ਼ਜ਼ ਗੁਰੂ ਅਰਜਨ ਸਾਹਿਬ ਨੇ ਅੱਜ ਕਿਰਪਾ ਕੀਤੇ ਨੇ ਕਿ ਜਿੱਥੇ ਆਪਣਾ ਤਨ ਮਨ ਧਨ ਸਭ ਗੁਰੂ ਦੇ ਹਵਾਲੇ ਕਰਨਾ ਹੈ। ਮੈਂ ਇੱਕ ਗੁਰਮੁਖ ਪਿਆਰੇ ਨੂੰ ਸੁਣ ਰਿਹਾ ਸਾਂ ਤੇ ਉਹ ਕਹਿ ਰਿਹਾ ਸੀ ਕਿ ਪੁਰਾਤਨ ਸਿੱਖਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਇਹ ਹਫ਼ਤਾ ਭਾਈ ਸ਼ਬੇਗ ਸਿੰਘ, ਭਾਈ ਸ਼ਾਹਬਾਜ਼ ਸਿੰਘ ਪਿਓ ਪੁੱਤਰਾਂ ਦੀ ਸ਼ਹੀਦੀ ਵਾਲਾ ਹਫ਼ਤਾ ਹੈ, ਜਿੱਥੇ ਸਰਕਾਰੀ ਨੈਰੇਟਿਵ ਕੀ ਬਣਦਾ ਹੈ ਤੇ ਜਿੱਥੇ ਧਾਰਮਿਕ ਆਗੂ ਦਾ ਕੀ ਰੋਲ ਹੈ। ਤੇ ਖਾਸ ਤੌਰ ਦੇ ਉੱਤੇ ਜਦੋਂ ਐਜੂਕੇਸ਼ਨ ਸਿਸਟਮ ਤੁਹਾਡੀ ਕੌਮ ਦੇ ਹੱਕ ਵਿੱਚ ਨਹੀਂ ਹੈ। ਕਾਜੀ ਦੇ ਕੋਲ ਹੀ ਪੜ੍ਹਦੇ ਸਨ ਤੇ ਜਿਸ ਵਕਤ ਕੁਰਾਨ ਦੀ ਆਇਤ ਦੇ ਮਾਇਨੇ ਕੀਤੇ ਤੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ। ਇੱਕ ਭਰ ਜੋਬਨ ਹੈ, ਇੱਕ ਅੰਤਾਂ ਦੀ ਸਿਆਣਪ ਲਿਆਕਤ ਹੈ ਤੇ ਇੱਕ ਪਿਤਾ ਦੀ ਨੌਕਰੀ ਹੈ। ਇਸ ਸਾਰੇ ਵਰਤਾਰੇ ਦੇ ਵਿੱਚ ਕਿੰਨੀ ਦ੍ਰਿੜਤਾ ਦੇ ਨਾਲ ਸਿੱਖ ਕੌਮ ਦੇ ਇਹ ਅਹਿਲਕਾਰ, ਸਿੱਖ ਕੌਮ ਦੇ ਇਹ ਨੁਮਾਇੰਦੇ ਆਪਣੀ ਰਸਨਾ ਤੋਂ ਇਹ ਬੋਲੇ ਬੋਲਦੇ ਨੇ, ਹਮ ਕਾਰਨ ਗੁਰ ਕੁਲੈ ਗਵਾਈ। ਬੜਾ ਕੁਝ ਆਖਿਆ ਤੇ ਸਮਝਾਇਆ ਗਿਆ। ਦੁਪਹਿਰ ਦੇ ਦੀਵਾਨ ਵਿੱਚ ਇਸ ਸਾਰੇ ਸੰਦਰਭ ਦੇ ਵਿੱਚ ਆਪਾਂ ਗੱਲਬਾਤ ਕਰਨੀ ਹੈ ਸਾਧ ਸੰਗਤ, ਪਰ ਟੂਕ ਮਾਤਰ ਮੈਂ ਬੇਨਤੀ ਕਰਦਾ ਜਾਵਾਂ, ਸਿਰਫ ਇੰਨੀ ਗੱਲ ਆਪਾਂ ਧਿਆਨ ਦੇ ਵਿੱਚ ਰੱਖੀਏ ਕਿ ਬਾਹਰੀ ਤੌਰ ਦੇ ਉੱਤੇ ਕਿਹੜਾ ਲਾਲਚ ਤੇ ਢੰਗ ਤਰੀਕਾ ਕਾਜੀ ਨੇ, ਅਧਿਆਪਕ ਨੇ ਨਹੀਂ ਵਰਤਿਆ ਤੇ ਵੇਲੇ ਦੇ ਹੁਕਮਰਾਨ ਨੇ ਨਹੀਂ ਵਰਤਿਆ, ਪਰ ਗੁਰੂ ਸ਼ਬਦ ਦੀ ਦ੍ਰਿੜਤਾ ਦੇ ਸਨਮੁਖ ਸਾਰਾ ਕੁਝ ਹਾਰਦਾ ਹੋਇਆ ਨਜ਼ਰ ਆਇਆ, ਸਾਰਾ ਕੁਝ ਜਾਂਦਾ ਹੋਇਆ ਨਜ਼ਰ ਆਇਆ। ਤੇ ਮੇਰੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਾਰਾਜ ਇਸ ਮਨੁੱਖ ਮਾਤਰ ਨੂੰ ਜਿੱਥੇ ਰੱਬੀ ਗੀਤ ਗਾਣ ਦੀ ਹੁਕਮ ਕਰਦੇ ਨੇ, ਪ੍ਰੇਰਨਾ ਕਰਦੇ ਨੇ, ਉਥੇ ਨਾਲ ਹੀ ਇਹ ਵੀ ਹਦਾਇਤ ਕੀਤੀ ਕਿ ਸਜਣਾ ਆਪਣੇ ਮਨ ਨੂੰ ਉਸ ਮਾਲਕ ਦੀ ਰਜ਼ਾ ਦੇ ਵਿੱਚ ਲੈ ਕੇ ਆ, ਵਸ ਵਿੱਚ ਲੈ ਕੇ ਆ। ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਾਰ-ਵਾਰ ਇਹ ਬਚਨ ਕਿਰਪਾ ਕੀਤੇ ਗਏ, ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੈ ਕਾ ਮਹਿਲ ਪਾਏ ਸੀ। ਹਜ਼ੂਰ ਨੇ ਅੱਗੇ ਕਿਰਪਾ ਬਖਸ਼ਿਸ਼ ਕੀਤੀ,
ਅਸੀਂ ਪੇਰ ਕਾ ਮੰਗਲ ਗਾਵੇਂ। ਰਲ ਕੇ ਦਾਤਾ ਜੀ ਕਰਨਾ ਕੀ ਹੈ? ਉਸ ਮਾਲਕ ਦੀ ਸਿਫਤੋ ਸਲਾਹ ਕਰਨੀ ਹੈ, ਉਹਦੀ ਵਡਿਆਈ ਦੀ ਵਿਚਾਰ ਕਰਨੀ ਹੈ, ਉਹਦਿਆਂ ਗੁਣਾਂ ਨੂੰ ਗਾਣਾ ਹੈ, ਉਹਨੂੰ ਚੰਗਾ ਚੰਗਾ ਕਹਿਣਾ ਹੈ। ਤੇ ਜਿਵੇਂ ਜਿਵੇਂ ਮਨੁੱਖ ਮਾਲਕ ਦੀ ਸ਼ੋਭਾ ਵਡਿਆਈ ਕਰਦਾ ਹੈ, ਉਹ ਨਿਰੰਕਾਰ ਕਿੰਨੀਆਂ ਹੀ ਕੀਮਤੀ ਦਾਤਾਂ ਆਪਣੇ ਸੇਵਕ ਦੀ ਝੋਲੀ ਵਿੱਚ ਪਾਉਂਦਾ ਹੈ। ਹਜ਼ੂਰ ਦੇ ਬੜੇ ਪਵਿੱਤਰ ਬੋਲ ਨੇ, ਭਗਤ ਤੇਰੇ ਮਨ ਭਾਵੰਦੇ, ਦਰ ਸੋਹਣ ਕੀਰਤ ਗਾਵੰਦੇ, ਨਾਨਕ ਕਰਮਾਂ ਬਾਹਰੇ, ਦਰ ਢੋ ਨਾ ਲਹਿਣੀ ਧਾਵੰਦੇ, ਇੱਕ ਮੂਲ ਨਾ ਬੂਝਣ ਆਪਣਾ, ਅਣਹੋਂਦਾ ਆਪ ਗਨਾਏਂਦੇ, ਹਉ ਢਾਡੀ ਕਾ ਨੀਚ ਜਾਤ, ਹੋਰ ਉਤਮ ਜਾਤ ਸੰਦਾਏਂਦੇ, ਤਿੰਨ ਮੰਗਾ ਜੇ ਤੁਝੈ ਧਿਆਏਂਦੇ। ਹਜ਼ੂਰ ਨੇ ਅੱਗੇ ਕਿਰਪਾ ਕੀਤੀ, ਜਿੱਥੇ ਉਹਦੇ ਗੀਤ ਗਾਣੇ ਨੇ ਉਥੇ ਨਾਲ ਛੱਡਣਾ ਕੀ ਹੈ? ਤਜ ਮਾਨ ਸਖੀ। ਫੇਰ ਦੁਬਾਰਾ ਇਹ ਲਫ਼ਜ਼ ਬੋਲੇ ਮੇਰੇ ਸਾਹਿਬ ਨੇ, ਤਜ ਮਾਨ ਸਖੀ। ਸਾਧ ਸੰਗਤ, ਇਸ ਸੰਦਰਭ ਦੇ ਵਿੱਚ ਸਿਰਫ ਇੰਨੀ ਗੱਲ ਸਮਝਦੇ ਚੱਲੀਏ, ਮੰਮੇ ਨੂੰ ਕੰਨਾ ਤੇ ਨੰਨਾ ਮਾਣ ਹੈ। ਲਫ਼ਜ਼ ਅੱਗੇ ਪਿੱਛੇ ਕਰ ਲਈਏ, ਉਹੋ ਹੀ ਕੰਨਾ ਨੰਨੇ ਨੂੰ ਲਾ ਦਈਏ ਤੇ ਮੰਮਾ ਪਿੱਛੇ ਕਰ ਦਈਏ, ਨਾਮ ਬਣ ਜਾਂਦਾ ਹੈ। ਇਹ ਗੁਰੂ ਗ੍ਰੰਥ ਸਾਹਿਬ ਦੇ ਬਚਨ ਨੇ। ਕਹਿਣ ਲੱਗੇ, ਜੇ ਅੰਦਰ ਮਾਣ ਹੈ ਤਾਂ ਨਾਮ ਨਹੀਂ ਹੈ, ਜੇ ਨਾਮ ਹੈ ਤੇ ਫਿਰ ਪ੍ਰਾਊਡ ਨਹੀਂ ਹੈ, ਮਾਣ ਨਹੀਂ ਹੈ। ਹਾਂ, ਇੱਕ ਗੱਲ ਗੁਰੂ ਗ੍ਰੰਥ ਸਾਹਿਬ ਨੇ ਬੜੀ ਸਪਸ਼ਟ ਕੀਤੀ ਹੈ ਕਿ ਮਾਣ ਦੀ ਵਿਆਖਿਆ ਇੰਨੀ ਸੌਖੀ ਜਾਂ ਈਜ਼ੀ ਨਹੀਂ ਹੈ। ਖਾਸ ਤੌਰ ਉੱਤੇ ਜਦੋਂ ਗੁਰਦੇਵ ਕਹਿੰਦੇ ਨੇ, ਕਬੀਰ ਮਾਇਆ ਤਜੀ ਤੋ ਕਿਆ ਭਇਆ, ਜੋ ਮਾਣ ਤਜਿਆ ਨਹੀਂ ਜਾਏ। ਵਕਤੀ ਤੌਰ ਦੇ ਉੱਤੇ ਕਿਸੇ ਵੇਲੇ ਬੰਦੇ ਦਾ ਮਨ ਇੰਨਾ ਕੁ ਪ੍ਰਭਾਵਸ਼ਾਲੀ ਹੁੰਦਾ ਹੈ ਕਿ ਉਹ ਚਾਰ ਛਿੱਲੜ ਜਾਂ ਕੁਝ ਦੇਣ ਨੂੰ ਤਿਆਰ ਹੋ ਜਾਂਦਾ ਹੈ, ਛੱਡਣ ਨੂੰ ਤਿਆਰ ਹੋ ਜਾਂਦਾ ਹੈ। ਪਰ ਉਸ ਸਾਰੇ ਵਰਤਾਰੇ ਦਾ ਮਾਣ ਬੰਦੇ ਦੀ ਜ਼ਿੰਦਗੀ ਵਿੱਚ ਸਾਰੀ ਉਮਰ ਬਣਿਆ ਰਹਿੰਦਾ ਹੈ। ਕਿਤੇ ਉਹ ਲਿਖਦਾ ਹੈ, ਕਿਤੇ ਉਹ ਦੱਸਦਾ ਹੈ, ਕਿਤੇ ਕੋਈ ਹੀਲਾ ਵਸੀਲਾ ਵਰਤਦਾ ਹੈ। ਹਜ਼ੂਰ ਨੇ ਇਹ ਬਚਨ ਕਿਰਪਾ ਕੀਤੇ, ਮਾਨ ਮੁਨੀ ਮੁਨ ਵਰ ਗਲੇ, ਮਾਨ ਸਭੈ ਕੋ ਖਾਏ। ਤੇ ਗੁਰੂ ਰੂਪ ਸਾਧ ਸੰਗਤ, ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਮਹਾਰਾਜ ਮੇਹਰਾਂ ਦੇ ਸਾਈਂ ਬੜੀ ਜੁਗਤ ਦੇ ਨਾਲ ਜੀਵ ਇਸਤਰੀ ਦੇ ਹਿਰਦੇ ਦੇ ਵਿੱਚੋਂ ਇਸ ਹਉਮੈ ਨੂੰ, ਸੂਖਸ਼ਮ ਹਉਮੈ ਨੂੰ, ਇੱਥੋਂ ਦੀ ਬੋਲੀ ਵਿੱਚ ਕਹਿੰਦੇ ਨੇ ਮਾਈਕਰੋ ਈਗੋ, ਕਿ ਉਹਦੇ ਵੱਖਰੇ ਵੱਖਰੇ ਰੂਪ ਮਨੁੱਖੀ ਸੁਭਾਅ ਦੇ ਵਿੱਚ ਟਿਕੇ ਹੁੰਦੇ ਨੇ। ਤੇ ਜਿਵੇਂ ਜਿਵੇਂ ਮਨੁੱਖ ਰੱਬੀ ਉਸਤਤ ਦੇ ਵਿੱਚ, ਮਾਲਕ ਦੀ ਸਿਫਤੋ ਸਲਾਹ ਦੇ ਵਿੱਚ ਜੁੜਦਾ ਹੈ ਤੇ ਉਹ ਜੀਵਨ ਵਿੱਚੋਂ ਮਨਫੀ ਹੁੰਦੇ ਜਾਂਦੇ ਨੇ। ਸਮੇਂ ਨੇ ਆਪਣਾ ਪੰਧ ਮੁਕਾ ਲਿਆ। ਹਜ਼ੂਰ ਅੱਗੇ ਬਖਸ਼ਿਸ਼ ਕਰਦੇ ਨੇ, ਆਪਨੇ ਪ੍ਰੀਤਮ ਭਾਵਾ। ਜਦੋਂ ਮਾਣ ਦਾ ਤਿਆਗ ਕਰੇਗਾ ਤੇ ਭਾਈ ਹਕੀਕਤ ਹੈ ਉਸ ਮਾਲਕ ਦੇ ਦਰ ਤੇ ਪ੍ਰਵਾਨਗੀ ਮਿਲੇਗੀ। ਉਸ ਪਿਆਰੇ ਪ੍ਰੀਤਮ ਨੂੰ ਭਾ ਜਾਏਗਾ, ਚੰਗਾ ਲੱਗੇਗਾ। ਤਜ ਮਾਨ ਮੋਹ ਬਿਕਾਰ ਦੂਜਾ, ਸੇਵ ਏਕ ਨਿਰੰਜਨੋ। ਹੇ ਭਾਈ, ਜਿੱਥੇ ਮਹਾਰਾਜ ਮਾਨ ਨੂੰ, ਅਟੈਚਮੈਂਟ, ਮੋਹ ਨੂੰ ਛੱਡਣ ਦੀ ਗੱਲ ਕਰ ਰਹੇ ਨੇ, ਉਥੇ ਵਿਕਾਰ ਦੂਜਾ ਦੇ ਅਖਰੀ ਅਰਥ ਨੇ ਜਿਹੜੀ ਮਾਨਸਿਕਤਾ ਸਾਡੀ ਸੁਰਤ ਨੂੰ, ਸਾਡੀ ਸੋਚ ਨੂੰ ਰੱਬ ਤੋਂ ਪਾਸੇ ਲੈ ਕੇ ਜਾਂਦੀ ਹੈ। ਖਸਮ ਛੋੜ ਦੂਜੈ ਲੱਗੇ। ਮਹਾਰਾਜ ਨਤੀਜਾ ਕੀ ਨਿਕਲਿਆ? ਡੂਬੇ ਸੇ ਵਣਜ਼ਾਰਿਆ। ਉਹ ਵਣਜ ਕਰਨ ਵਾਲੇ ਸੱਜਣ ਅਖੀਰ ਡੁੱਬ ਗਏ। ਹਜ਼ੂਰ ਬਖਸ਼ਿਸ਼ ਕਰਦੇ, ਸੇਵ ਏਕ ਨਿਰੰਜਨੋ। ਨਿਰੰਜਨ ਦੇ ਅਖਰੀ ਅਰਥ ਨੇ ਮਾਇਆ ਦੀ ਕਾਲਕ ਤੋਂ ਰਹਿਤ, ਮਾਇਆ ਦੇ ਪ੍ਰਭਾਵ ਤੋਂ ਨਿਰਲੇਪ। ਤੇ ਗੁਰੂ ਰੂਪ ਸਾਧ ਸੰਗਤ, ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਾਰਾਜ ਦੀ ਪਾਵਨ ਪਵਿੱਤਰ ਬਾਣੀ ਵਿੱਚ ਵਾਰ-ਵਾਰ ਨਿਰੰਜਨ ਅੱਖਰ ਵਰਤਿਆ।
ਬਸ ਇੰਨਾ ਕੁ ਸ਼ਬਦ ਆਪਾਂ ਸੁਣ ਕੇ ਅੱਗੇ ਚੱਲੀਏ। ਜਦੋਂ ਹਜ਼ੂਰ ਕਹਿੰਦੇ ਨੇ ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਮਹਾਰਾਜ ਅੱਗੇ ਹੋਰ ਕੀ ਕਰੀਏ, ਜਿੱਥੇ ਸੰਗਤ ਵਿੱਚ ਆਈਏ ਮਾਲਕ ਦੇ ਗੀਤ ਗਾਉਣਾ ਕਰੀਏ, ਮਾਣ ਨੂੰ ਛੱਡੀਏ। ਹਜ਼ੂਰ ਕਹਿਣ ਲੱਗੇ ਲਗ ਚਰਨ ਸ਼ਰਨ ਦਇਆਲ ਪ੍ਰੀਤਮ, ਸਗਲ ਦੁਰਤ ਬਿਖੰਡਨੋ। ਜਿਵੇਂ ਜਿਵੇਂ ਮਾਲਕ ਦੀ ਸ਼ਰਨ ਵਿੱਚ ਆਵੇਂਗਾ, ਉਹਦੇ ਚਰਨਾਂ ਦੇ ਨਾਲ ਜੁੜੇਗਾ, ਬਸ ਇਹ ਚੇਤੇ ਰੱਖੀ ਸਾਰੇ ਦੁੱਖ ਜ਼ਿੰਦਗੀ ਦੇ ਵਿੱਚੋਂ ਖਤਮ ਹੋ ਜਾਣਗੇ। ਮਾਲਕ ਉਹਨਾਂ ਨੂੰ ਖੰਡਨ ਕਰ ਦਏਗਾ, ਤੈਨੂੰ ਐਸੇ ਜੀਵਨ ਦੀ ਦਾਤ ਤੇਰੀ ਝੋਲੀ ਵਿੱਚ ਪਾਵੇਗਾ ਜਿਹਨੂੰ ਹਜ਼ੂਰ ਕਹਿੰਦੇ ਨੇ ਨਾਨਕ ਭਗਤਾਂ ਸਦਾ ਵਿਗਾਸ, ਸੁਣੈ ਦੁਖ ਪਾਪ ਕਾ ਨਾਚ, ਹੋਏ ਦਾਸ ਦਾਸੀ ਤਜ ਉਦਾਸੀ। ਜਦੋਂ ਤੂੰ ਦਾਸਰਿਆਂ ਦਾ ਵੀ ਦਾਸ ਬਣ ਜਾਏਗਾ ਨਾ, ਗੁਰੂ ਰੂਪ ਸਾਧ ਸੰਗਤ, ਜਦੋਂ ਮੇਰੇ ਗੁਰੂ ਇਹ ਲਫ਼ਜ਼ ਵਰਤਦੇ ਨੇ ਨਾ, ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਇਹ ਨਿਮਰਤਾ ਨਿਰਮਾਨਤਾ ਦੀ ਸਿਖਰ ਹੈ, ਇਹ ਸੁਪਰੀਮ ਹੈ ਕਿ ਮੈਂ ਦਾਸਾਂ ਦਾ ਵੀ ਦਾਸ ਹੋ ਜਾਵਾਂ, ਮੈਂ ਆਪਣੇ ਗੁਰਸਿੱਖਾਂ ਦੀ ਧੂੜ ਵੀ ਮਸਤਕ ਦੇ ਉੱਤੇ ਲਾਵਾਂ। ਹਜ਼ੂਰ ਕਹਿਣ ਲੱਗੇ ਬਹੁੜ ਵਿਧੀ ਨਾ ਧਾਵਾਂ। ਮਹਾਰਾਜ ਕਾਹਦੇ ਵਾਸਤੇ ਅਜਿਹਾ ਕਰਨਾ ਚਾਹੁੰਦੇ ਹੋ? ਕਹਿਣ ਲੱਗੇ ਬਸ ਇੱਕੋ ਹੀ ਚਾਹ ਹੈ ਵੀ ਰੱਬ ਨੂੰ ਛੱਡ ਕੇ ਮਨ ਕਿਸੇ ਹੋਰ ਪਾਸੇ ਦੁਬਾਰਾ ਨਾ ਜਾਏ, ਉਹਦਿਆਂ ਚਰਨਾਂ ਨਾਲ ਹੀ ਜੁੜਿਆ ਰਵੇ। ਨਾਨਕ ਪਇੰਪੈ ਕਰੋ ਕਿਰਪਾ, ਤਾਮ ਮੰਗਲ ਗਾਵਾ। ਹਜ਼ੂਰ ਕਿਰਪਾ ਬਖਸ਼ਿਸ਼ ਕਰਦੇ ਆ, ਕਹਿਣ ਲੱਗੇ ਹੇ ਮੇਰਾ ਦੇ ਸਾਈਂ, ਮੇਰੇ ਉੱਤੇ ਕਿਰਪਾ ਬਖਸ਼ਿਸ਼ ਕਰੋ, ਮੈਂ ਸਦੀਵ ਮਾਲਕ ਦੀ ਸਿਫਤੋ ਸਲਾਹ ਕਰਦਾ ਰਵਾਂ, ਉਹਦਿਆਂ ਗੁਣਾਂ ਨੂੰ ਗਾਉਂਦਾ ਰਵਾਂ। ਗੁਰੂ ਰੂਪ ਸਾਧ ਸੰਗਤ, ਆਪ ਜਿੰਨੇ ਮਾਈ ਭਾਈ ਗੁਰੂ ਦਰਬਾਰ ਵਿੱਚ ਚੱਲ ਕੇ ਆਉਂਦੇ ਹੋ, ਨੇਮ ਪ੍ਰੇਮ ਨਾਲ ਜਪਜੀ ਸਾਹਿਬ ਪੜ੍ਹਦੇ ਹੋ, ਸੁਖਮਣੀ ਸਾਹਿਬ ਪੜ੍ਹਦੇ ਹੋ, ਮੈਂ ਸੱਚ ਦੱਸਾਂ ਇਹ ਬਗੈਰ ਕਿਰਪਾ ਤੋਂ ਸੰਭਵ ਨਹੀਂ ਜੇ, ਬਗੈਰ ਬਖਸ਼ਿਸ਼ ਤੋਂ ਸੰਭਵ ਨਹੀਂ ਜੇ। ਹਜ਼ੂਰ ਨੇ ਦੂਜੇ ਬੰਦ ਅੰਦਰ ਬਖਸ਼ਿਸ਼ ਕੀਤੀ, ਅੰਮ੍ਰਿਤ ਪ੍ਰਿਆ ਕਾ ਨਾਮ ਮੈਂ ਅੰਧੁਲੇ ਟੋਹਣੀ। ਆਤਮਕ ਜੀਵਨ ਦੇਣ ਵਾਲਾ ਪਰਮੇਸ਼ਰ ਦਾ ਨਾਮ ਹਜ਼ੂਰ ਬਖਸ਼ਿਸ਼ ਕਰਦੇ ਨੇ, ਇਹ ਮੇਰੀ ਅੰਧੇ ਦੀ ਲਾਠੀ ਹੈ, ਸਹਾਰਾ ਹੈ। ਹਜ਼ੂਰ ਨੇ ਕਿਰਪਾ ਬਖਸ਼ਿਸ਼ ਕੀਤੀ ਜਦੋਂ ਬਚਨ ਇਹ ਸੰਸਾਰ ਦੇ ਸਨਮੁਖ ਰੱਖੇ, ਮੈਂ ਅੰਧੁਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ, ਮੈਂ ਗਰੀਬ ਮੈਂ ਮਸ਼ਕੀਨ ਤੇਰਾ ਨਾਮ ਹੈ ਆਧਾਰਾ। ਉਹ ਜੋ ਹੈ ਬਹੁ ਪ੍ਰਕਾਰ ਸੁੰਦਰ ਮੋਹਣੀ। ਬੜੀਆਂ ਜੁਗਤੀਆਂ ਦੇ ਨਾਲ ਮਾਇਆ ਹੈ ਜਿਹੜੀ ਇਹ ਬੰਦੇ ਨੂੰ ਮੋਹਣ ਦੀ ਕੋਸ਼ਿਸ਼ ਕਰਦੀ ਹੈ, ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰਦੀ ਹੈ। ਮੋਹਣੀ ਮਹਾ ਬਚਿੱਤਰ ਚੰਚਲ ਅਨੇਕ ਭਾਵ ਦਿਖਾਵੇ। ਅਨੇਕਾਂ ਭਾਵਾਂ ਦੇ ਨਾਲ ਉਹ ਮਨੁੱਖੀ ਹਿਰਦੇ ਨੂੰ ਮੋਹਦੀ ਹੈ, ਅਟਰੈਕਟ ਕਰਦੀ ਹੈ। ਹੋਏ ਢੀਠ ਮਿੱਠੀ ਮਨੈ ਲਾਗੈ, ਨਾਮ ਲੈਣ ਨਾ ਆਵੇ। ਤੇ ਉਹ ਕਰਦੀ ਕੀ ਹੈ, ਬੰਦੇ ਨੂੰ ਆਪਣੀ ਬੁੱਕਲ ਦੇ ਵਿੱਚ ਲੈ ਕੇ ਰੱਬ ਵਾਲੇ ਰਾਹ ਤੇ ਟੁਰਨ ਨਹੀਂ ਦੇਂਦੀ। ਗ੍ਰੇ ਬਣੈ ਤੀਰੈ ਵਰਤ ਪੂਜਾ, ਬਾੜ ਘਾਟੈ ਜੋਹਣੀ। ਕੱਲੀ ਕੱਲੀ ਥਾਂ ਦਾ ਰੈਫਰੈਂਸ ਜ਼ਿਕਰ ਦਿੰਦਿਆਂ ਹੋਇਆਂ ਹਜ਼ੂਰ ਕਹਿੰਦੇ ਨੇ, ਜੰਗਲਾਂ ਵਿੱਚ ਵੀ, ਪਰਬਤਾਂ ਤੇ ਵੀ, ਸਮੁੰਦਰ ਤੇ ਵੀ ਇਹ ਜਿਹੜੀ ਮਾਇਆ ਹੈ, ਜਿੱਥੇ ਜਿੱਥੇ ਵੀ ਕੋਈ ਬੈਠਾ ਉੱਥੇ ਜਾ ਕੇ ਆਪਣਾ ਪ੍ਰਭਾਵ ਪਾਉਂਦੀ ਹੈ। ਨਾਨਕ ਪਇੰਪੈ ਦਇਆ ਧਾਰੋ, ਮੈਂ ਨਾਮ ਅੰਧੁਲੇ ਟੋਹਣੀ। ਇਸ ਦੇ ਛਲ ਤੋਂ, ਇਸ ਦੇ ਕਲਾਵੇ ਤੋਂ ਬਚਣ ਦੇ ਲਈ ਪਰਮੇਸ਼ਰ ਨੇ ਜੀਵ ਦੀ ਝੋਲੀ ਵਿੱਚ ਨਾਮ ਹੀ ਇੱਕ ਐਸੀ ਦਾਤ ਪਾਈ ਹੈ, ਜਿਸ ਨੂੰ ਜਪਦਿਆਂ ਹੋਇਆਂ ਮਨੁੱਖ, ਜਦੋਂ ਆਪਾਂ ਇਹ ਬਚਨ ਪੜ੍ਹਦੇ ਹਾਂ ਨਾ ਵੀ ਮਹਾਰਾਜ ਮਾਇਆ ਦੇ ਪ੍ਰਭਾਵ ਤੋਂ ਬਚਿਆ ਕੌਣ ਹੈ, ਤੇ ਹਜ਼ੂਰ ਨੇ ਕਮਾਲ ਦੀ ਕਿਰਪਾ ਕੀਤੀ। ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾ ਜਗ ਖਾਇਆ। ਮਹਾਰਾਜ ਸਾਰਿਆਂ ਨੂੰ ਖਾ ਗਈ ਹੈ? ਹਜ਼ੂਰ ਕਹਿਣ ਲੱਗੇ ਨਹੀਂ, ਬਿਲਕੁਲ ਨਹੀਂ। ਮਹਾਰਾਜ ਕਿਹਨੂੰ ਖਾਦਾ ਹੈ? ਕਹਿਣ ਲੱਗੇ ਮਨਮੁਖ ਖਾਦੇ। ਤੇ ਸੱਚੇ ਪਾਤਸ਼ਾਹ ਮਹਾਰਾਜ ਬਚਿਆ ਕੌਣ ਹੈ?
ਗੁਰਮੁਖ ਉਬਰੇ ਜਿਨੇ ਸੱਚ ਨਾਮ ਚਿਤ ਲਾਇਆ, ਬਿਨ ਨਾਮੈ ਜਗ ਕਮਲਾ ਫਿਰੈ। ਗੁਰਮੁਖ ਨਦਰੀ ਆਇਆ ਧੰਦਾ ਕਰਤਿਆਂ, ਨਿਫਲ ਜਨਮ ਗਵਾਇਆ, ਸੁਖ ਦਾਤਾ ਮਨ ਨਾ ਵਸਾਇਆ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਾਰਾਜ ਕਿਰਪਾ ਬਖਸ਼ਿਸ਼ ਕਰਨ। ਗੁਰਮੁਖ ਪਿਆਰਿਓ, ਤੁਹਾਡੀ ਚੜ੍ਹਦੀ ਕਲਾ ਦੇ ਲਈ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਹੈ, ਮਹਾਰਾਜ ਤੁਹਾਡੀ ਕਲਮ ਨੂੰ ਹੋਰ ਤੌਫੀਕ ਬਖਸ਼ਿਸ਼ ਕਰਨ। ਇਸੇ ਤਰ੍ਹਾਂ ਤੁਸੀਂ ਗੁਰੂ ਦੀ ਨਿਰੰਕਾਰ ਦੀ ਸ਼ੋਭਾ ਵਡਿਆਈ ਕਰਦੇ ਰਹੋ। ਇੰਨਾ ਕੁਝ ਕਹਿੰਦਾ ਹੋਇਆ ਪੁਸਤਕ ਦਾ ਨਾਂ ਹੈ ਜੀ ਮੈਂ ਮਿੱਟੀ ਦਾ ਰੂਪ। ਕਮਾਲ ਦੇ ਦੋਹੇ ਗਜਬ ਦੇ ਸ਼ਲੋਕ ਲਿਖਣ ਦੀ ਕੋਸ਼ਿਸ਼ ਕੀਤੀ, ਭੁੱਲਾਂ ਚੁੱਕਾਂ ਲਿਖੇਵਾਂ। ਗੁਰਫਤਿਹ ਦੀ ਸਾਂਝ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਚੇਤੀ, ਮਨ ਵੱਡੀਆਂ ਵਾਧਾਈਆਂ। ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਨੇ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਤਾਰਨ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸੁਵਾਰਨ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ। ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਨ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਨ ਭੁੱਖਾਂ ਸਭ ਗਵਾਈਆਂ, ਕਰ ਚਾਂ ਸੁਖ ਮਨਾਏ ਵਸਿਆ। ਜਿਨ ਇੱਛਾ ਸਭ ਪੁਜਾਈ, ਸਦਾ ਕੁਰਬਾਨ ਕੀਤਾ ਗੁਰ ਵਿਟੋਂ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ। ਕਲਾ ਜਿਤ ਕਰ ਧਾਰੀਆ, ਪੰਜ ਦੂਤ ਤੁਧ ਵਸ ਕੀਤੇ। ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ। ਤੁਜਨ ਕੋ ਸੇ ਨਾਮ ਹਰ ਕੈ ਲਾਗੇ। ਕਹਿ ਨਾਨਕ ਤੈਂ ਸੁਖ ਹੋਵਾ, ਤਿਤ ਘਰ ਅਨਹਦ ਵਾਜ। ਆਨੰਦ ਸੁਨੋ ਵਡ ਭਾਗੀਓ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਪਾਇਆ, ਉਤਰੇ ਸਗਲ ਵਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਪਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਚਲੋ ਪਾਵਨ ਗੁਰੂ ਪਾਣੀ, ਪਿਤਾ ਮਾਤਾ ਤਰਤ ਮਹਤ। ਦੇਵ ਸਰਾਤ ਦੋਇ ਦਾਈ ਦਾਇਆ, ਖੇਲੇ ਸਗਲ ਜਗਤ। ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਹਦੂਰ। ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਜਿਨੀ ਨਾਮ ਤੇ ਆਇਆ, ਗਏ ਮਸ਼ਕਤ ਕਾਲ। ਨਾਨਕ ਤੇ ਮੁਖ ਊਜਲੇ, ਕੀਤੀ ਛੁੱਟੀ ਨਾਲ। ਜਿਨੇ ਨਾਮ ਤੇ ਆਇਆ, ਗਏ ਮਸ਼ਕਤ ਕਾਲ। ਨਾਨਕ ਤੇ ਮੁਖ ਊਜਲੇ, ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਉ ਪਿੰਡ ਸਭ ਤੇਰੀ। ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ ਸੁਖ। ਕੋਇ ਨ ਜਾਣੈ ਤੁਮਰਾ ਅੰਤ, ਊਚੇ ਤੇ ਊਚਾ ਭਗਵੰਤ। ਸਗਲ ਸਮਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਹੋਏ ਸੋ ਆਗਿਆ। ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ। ਬੋਲਣਾ ਜੀ ਵਾਹਿਗੁਰੂ। ਇਕ ਓੰਕਾਰ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਗਉਤੀ ਸਮਰਕਾ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਇ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਸ ਡਿਠੇ ਸ਼ਬਦ ਹੁਜਾਏ। ਤੇਗ ਬਹਾਦਰ ਸਿਮਰਿਆ, ਕਰ ਨਾਉਣ ਦਿਆਵੇ ਧਾਏ। ਸਭ ਥਾਈ ਹੋਏ ਸਹਾਏ। ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਕੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਪਿਆਰਿਆਂ ਚਾਹੋਂ ਸਾਹਿਬਜ਼ਾਦੀਆਂ 40 ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ। ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ। ਦੇਖ ਕੇ ਅੰਡਟ ਕੀਤਾ, ਤਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ, ਬੰਦ ਬੰਦ ਕਟਵਾਏ। ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਤਾਂ ਨਿਆਰੇ ਨਾ ਚੁਰਵਾਏ।
ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤੇ ਆਵੈ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਏ ਦੇ ਤੇ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹਾ ਦਾਨ, ਭਰੋਸਾ ਦਾਨ, ਦਾਨਾ ਸਿਰ ਦਾ ਨਾਮ ਦਾਨ। ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦਾ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ। ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ। ਸਿੱਖਾਂ ਦਾ ਮਨ ਨੀਵਾ ਮਾਤੀ ਉੱਚੀ, ਮਤ ਦਾ ਰਾਖਾ ਅਕਾਲ ਪੁਰਖ ਵਾਹਿਗੁਰੂ। ਖਾਲਸਾ ਪੰਥ ਦੇ ਸਦਾ ਸਹਾਈ ਦਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਜੀ। ਖੁੱਲੇ ਦਰਸ਼ਨ ਦੀਦਾਰ, ਸੇਵਾ ਸੰਭਾਲਣ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ਿਸ਼ ਕਰੋ ਜੀ। ਹੇ ਨਿਮਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓੜ, ਗਰੀਬ ਨਵਾਜ। ਜੁਗੋ ਜੁਗਾ ਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੇ ਮਹਾਨ ਕਿਰਪਾ ਕੀਤੀ ਸਤਿਗੁਰ ਜੀ। ਸਮੂਹ ਸੰਗਤਾਂ ਨੂੰ ਖੁੱਲੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਆਪ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਸਤਿਗੁਰ ਜੀ। ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ, ਨਿਤਨੇਮ ਦੀਆਂ ਬਾਣੀਆਂ ਉਪਰੰਤ ਆਸਾ ਜੀ ਦੀ ਵਾਰਦਾਤ ਸੰਪੂਰਨ ਸ਼ਬਦ ਕੀਰਤਨ, ਲੜੀਵਾਰ ਗੁਰ ਸ਼ਬਦ ਵਿਚਾਰ ਆਨੰਦ ਸਾਹਿਬ ਜੀ ਦੇ ਪਾਠ ਹੋਏ। ਸਤਿਗੁਰ ਜੀ ਬਾਣੀ ਪੜ੍ਹਦਿਆਂ, ਕੀਰਤਨ ਕਥਾ ਵਿਚਾਰਾਂ ਕਰਦਿਆਂ, ਸਮੁੱਚੀ ਸੇਵਾ ਨਿਭਾਉਂਦਿਆਂ ਆਪ ਜੀ ਦੇ ਬੱਚਿਆਂ ਪਾਸੋਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ, ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ। ਪੜ੍ਹੀ ਸੁਣੀ ਬਾਣੀ ਦਾ ਭਾਵ ਸਮੂਹ ਸੰਗਤਾਂ ਦੇ ਹਿਰਦਿਆਂ ਅੰਦਰ ਵਸਾਉਣਾ ਜੀ। ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ, ਅਰਦਾਸਾਂ ਬੇਨਤੀਆਂ ਦਰ ਪ੍ਰਵਾਨ ਕਰਨੀਆਂ, ਕਦਮ ਕਦਮ ਲੇਖੇ ਲਾਉਣੇ, ਆਪਣੇ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮ ਦਾਨ ਬਖਸ਼ਣਾ। ਅੰਮ੍ਰਿਤ ਵੇਲੇ ਦੀਆਂ ਦਾਤਾਂ, ਨਿਤਨੇਮ ਦੀ ਦਾਤ, ਰੋਜ਼ਾਨਾ ਸਤ ਸੰਗਤ ਸੇਵਾ ਸਿਮਰਨ ਕਰਨ ਦਾ ਬਲ ਉਦਮ ਬਖਸ਼ਿਸ਼ ਕਰਨਾ ਜੀਓ। ਸਭਨਾਂ ਦੇ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਦੇ ਰੋਗਤਾ ਤੰਦਰੁਸਤ ਦਾਤਾਂ ਬਖਸ਼ਿਸ਼ ਕਰਨੀਆਂ। ਮਨ ਦੇ ਸ਼ੁਭ ਮਨੋਰਥ ਪੂਰੇ ਕਰਨੇ, ਅੰਗ ਸੰਗ ਹੋ ਕੇ ਸਹਾਈ ਹੋਣਾ, ਸਾਰੇ ਸੰਸਾਰ ਵਿੱਚ ਸੁੱਖ ਸ਼ਾਂਤੀ ਵਰਤਾਉਣੀ, ਸਮੂਹ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਸਤਿਗੁਰ ਜੀ। ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸਾਦ। ਸਮੂਹ ਸੰਗਤ ਵਿੱਚ ਵਰਤੇ ਜੋ ਜੀ ਛਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ। ਕਿਰਪਾ ਕਰੋ ਸਤਿਗੁਰ ਜੀ, ਪਾਵਨ ਹੁਕਮਨਾਮੇ ਦੀ ਬਖਸ਼ਿਸ਼ ਕਰੋ। ਆਈਆਂ ਸਭ ਸੰਗਤਾਂ ਨੂੰ ਕਿਰਤਾਰਥ ਕਰੋ ਜੀ। ਸਰਬੱਤ ਦਾ ਭਲਾ ਕਰਨਾ, ਸਰਬੱਤ ਦੇ ਕਾਰਜ ਰਾਸ ਕਰਨੇ। ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈਆ ਕਾਲ ਕੀ ਤਬੈ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ। ਰਾਜ ਕਰੇਗਾ ਖਾਲਸਾ ਆਕੀ ਰਹੇ ਨਾ, ख्वार होए सा मिलेंगे बचे शरण जो। वाहिगुरु नाम जहाजो है चढ़े सो तरे, जो शरधा कर सेवंदे गुर पार उतारण। जो शरधा कर सेवंदे गुर पार उतारण। बोले सो निहाल। वाहिगुरु जी का खालसा वाहिगुरु जी। वाहिगुरु साहिब जीओ।
ਗਿਆਨ ਧਿਆਨ ਕਿਛ ਕਰਮ ਨ ਜਾਣਾ, ਨਾਹੇ ਨ ਨਿਰਮਲ ਕਰਨੀ। ਸਾਧ ਸੰਗਤ ਕੈ ਅੰਚਲ ਲਾਵੋ, ਬਿਖਮ ਨਦੀ ਜਾਏ ਤਰਣੀ। ਨਾ ਹਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ। ਪ੍ਰਣਵਤ ਨਾਨਕ ਤਿਨ ਕੀ ਸ਼ਰਨਾ, ਜਿਨ ਤੂੰ ਨਾਹੀ ਵੀਸਰਿਆ। ਸਤਨਾਮ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹਿਲਾ ਚੌਥਾ। ਹਮ ਅੰਧਲੇ ਅੰਧ ਬਿਖੈ ਬਿਖਰਾਤੇ, ਕਿਉ ਚਾਲਹਿ ਗੁਰ ਚਾਲੀ। ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੈ ਆਪਨ ਪਾਲੀ। ਹਮ ਅੰਧਲੇ ਅੰਧ ਬਿਖੈ ਬਿਖਰਾਤੇ, ਕਿਉ ਚਾਲਹਿ ਗੁਰ ਚਾਲੀ। ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੈ ਆਪਨ ਪਾਲੀ। ਗੁਰ ਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ। ਹਰ ਹਰ ਕਥਾ ਨਿਰਾਲੀ ਰਹਾਉ। ਹਰ ਕੇ ਸੰਤ ਸੁਣੋ ਜਨ ਭਾਈ, ਗੁਰ ਸੇਵਿਹੁ ਬੀਗ ਬਿਗਾਲੀ। ਸਤਿਗੁਰ ਸੇਵਕ ਖਰਚ ਹਰ ਬਾਂਧੋ, ਮਤ ਜਾਣੋ ਆਜ ਕੀ ਕਾਲੀ। ਹਰ ਕੇ ਸੰਤ ਜਪੋ ਹਰ ਜਪਣਾ, ਹਰ ਸੰਤ ਚਲੈ ਹਰ ਨਾਲੀ। ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੀਲ ਕੀ ਲਾਲੀ। ਹਰ ਹਰ ਜਪਨ ਜਪ ਲੋਚ ਲੋਚਾਨੀ, ਹਰ ਕਿਰਪਾ ਕਰ ਬਨਵਾਲੀ। ਜਨ ਨਾਨਕ ਸੰਗਤ ਸਾਧ ਹਰ ਮੇਲੂ, ਹਮ ਸਾਧ ਜਣਾ ਪਗ ਰਾਲੀ। ਹਰ ਹਰ ਜਪਣ ਜਪ ਲੋਚ ਲੋਚਾਨੀ, ਹਰ ਕਿਰਪਾ ਕਰ ਬਨਵਾਲੀ। ਜਨ ਨਾਨਕ ਸੰਗਤ ਸਾਧ ਹਰ ਮੇਲੂ, ਹਮ ਸਾਧ ਜਣਾ ਪਗ ਰਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪੋ ਜੀ ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ, ਵੱਡਿਆ ਭਾਗਾਂ ਵਾਲੇ ਹੋ। ਸਤਿਗੁਰੂ ਜੀ ਦੀ ਮਹਾਨ ਕਿਰਪਾ ਰਹਿਮਤ ਬਖਸ਼ਿਸ਼ ਸਦਕਾ ਅੰਮ੍ਰਿਤ ਵੇਲੇ ਦੇ ਸਜੇ ਹੋਏ ਦੀਵਾਨਾਂ ਦੀਆਂ ਆਪ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰ ਕਿਰਪਾ ਕਰਨ, ਸਮੂਹ ਸੰਗਤਾਂ ਦੇ ਸਿਰ ਤੇ ਰਹਿਮਤਾਂ ਭਰਿਆ ਹੱਥ ਰੱਖਣ, ਚੜ੍ਹਦੀ ਕਲਾ ਨਾਮਦਾਨ ਦੇ ਬਖਸ਼ਿਸ਼ ਕਰਨ ਜੀ। ਸਰਦਾਰ ਰਣਜੀਤ ਸਿੰਘ ਜੀ, ਬੀਬੀ ਪਰਮਿੰਦਰ ਕੌਰ, ਸਮੂਹ ਪਰਿਵਾਰ ਸਤਿਗੁਰੂ ਦਾ ਸ਼ੁਕਰਾਨਾ ਕਰਦੇ ਹਾਂ ਜੋ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ ਹਨ। ਉਹਨਾਂ ਦੇ ਭੋਗ ਪੌਣੇ 9 ਵਜੇ ਉੱਪਰਲੇ ਹਾਲ ਵਿੱਚ ਪ੍ਰਾਰੰਭ ਹੋਣਗੇ। 9 ਵਜੇ ਇਸ ਪਾਵਨ ਸਥਾਨ ਤੇ ਸੰਗਤੀ ਰੂਪ ਅੰਦਰ ਸ੍ਰੀ ਸੁਖਮਨੀ ਸਾਹਿਬ ਦੇ